ਹੈਲੋ ਸਾਰਿਆਂ ਦਾ ਸਾਡੇ ਇੰਜੀਨੀਅਰਿੰਗ ਡਰਾਇੰਗ ਅਤੇ ਕੰਪਿਊਟਰ ਗ੍ਰਾਫਿਕਸ ਕੋਰਸ ਵਿੱਚ ਸਵਾਗਤ ਹੈ। ਅਸੀਂ ਇੰਜੀਨੀਅਰਿੰਗ ਡਰਾਇੰਗ ਦੀ ਇੰਟਰੋਡਕਸ਼ਨ ਲਈ ਮੋਡਿਊਲ 1 ਅਤੇ ਲੈਕਚਰ 2 ਵਿੱਚ ਹਾਂ। ਸਾਡੇ ਕੋਰਸ ਦੇ ਕੰਟੈਂਟਸ ਨੂੰ ਸੰਖੇਪ ਵਿੱਚ ਰੀਕੈਪ ਕਰਨ ਲਈ ਇੰਜੀਨੀਅਰਿੰਗ ਡਰਾਇੰਗ ਅਤੇ ਕੋਨਿਕ ਸੈਕਸ਼ਨ, ਆਰਥੋਗ੍ਰਾਫਿਕ ਪ੍ਰੋਜੈਕਸ਼ਨ ਸੈਕਸ਼ਨ, ਆਈਸੋਮੈਟ੍ਰਿਕ ਪ੍ਰੋਜੈਕਸ਼ਨ, ਕੰਪਿਊਟਰ ਗ੍ਰਾਫਿਕਸ ਦੀ ਸੰਖੇਪ ਇੰਟਰੋਡਕਸ਼ਨ ਇਸ ਪਾਰਟ ਵਿੱਚ ਅਸੀਂ ਕਵਰ ਕਰਾਂਗੇ ਅਤੇ ਇੱਕ ਡਿਜ਼ਾਈਨ ਪ੍ਰੋਜੈਕਟ। ਸਾਡੀਆਂ ਸਟੈਂਡਰਡ ਪਾਠ ਪੁਸਤਕਾਂ ਐਨ.ਡੀ. ਭੱਟ ਦੁਆਰਾ ਇੰਜੀਨੀਅਰਿੰਗ ਡਰਾਇੰਗ ਅਤੇ ਆਟੋਕੈਡ ਨਾਲ ਇੰਜੀਨੀਅਰਿੰਗ ਗ੍ਰਾਫਿਕਸ ਹਨ, ਅਤੇ ਜਦੋਂ ਅਸੀਂ ਕੰਪਿਊਟਰ ਗ੍ਰਾਫਿਕਸ ਬਾਰੇ ਸਿੱਖ ਰਹੇ ਹੁੰਦੇ ਹਾਂ ਅਸੀਂ ਇੰਜੀਨੀਅਰਿੰਗ ਡਰਾਇੰਗ ਦੇ ਪਹਿਲੇ ਪਾਰਟ ਦੀ ਇੰਟਰੋਡਕਸ਼ਨ ਵਿੱਚ ਸੋਲਿਡ ਵਰਕਸ ਦੀ ਇੰਟਰੋਡਕਸ਼ਨ ਦੀ ਵਰਤੋਂ ਕਰਦੇ ਹਾਂ। ਦੂਜੇ ਲੈਕਚਰ ਵਿੱਚ ਅਸੀਂ ਆਪਣੇ ਡਰਾਇੰਗ ਕੋਰਸ ਵਿੱਚ ਵਰਤੇ ਗਏ ਡਰਾਇੰਗ ਇੰਸਟਰੂਮੈਂਟਸ ਅਤੇ ਲੈਟਰਿੰਗ ਨੂੰ ਕਵਰ ਕਰ ਰਹੇ ਹਾਂ। ਵਰਤੇ ਗਏ ਸਟੈਂਡਰਡ ਡਰਾਇੰਗ ਇੰਸਟਰੂਮੈਂਟਸ ਅਤੇ ਸਹਾਇਕ ਉਪਕਰਣ ਡਰਾਇੰਗ ਸ਼ੀਟਾਂ। ਇਹ ਡਰਾਇੰਗ ਬੋਰਡ ਨੂੰ ਕਵਰ ਕਰਨ ਲਈ ਡਰਾਇੰਗ ਸ਼ੀਟ, ਇਹ ਡਰਾਫਟਰ ਜਾਂ ਟੀ ਸਕੁਏਅਰ, ਸੈਟ ਸਕੁਏਅਰ ਅਤੇ ਪ੍ਰੋਟਰੈਕਟੋਰ ਹਨ। ਕਦੇ-ਕਦਾਈਂ ਅਸੀਂ ਕੰਪਾਸ ਅਤੇ ਡਿਵਾਈਡਰਾਂ ਦੀ ਵਰਤੋਂ ਕਰਦੇ ਹਾਂ। ਡਰਾਇੰਗ ਦਾ ਜ਼ਰੂਰੀ ਹਿੱਸਾ ਪੈਨਸਿਲ ਅਤੇ ਅਰੇਜ਼ਰ ਹੁੰਦਾ ਹੈ। ਅਸੀਂ ਪੁਆਇੰਟਸ ਨੂੰ ਜੋੜਨ ਲਈ ਫ੍ਰੈਂਚ ਕਰਵ ਦੀ ਵਰਤੋਂ ਕਰਦੇ ਹਾਂ। ਆਮ ਤੌਰ ਤੇ ਅਸੀਂ ਫਰੀ ਹੈਂਡ ਸਕੈਚ ਦੇ ਨਾਲ ਜਾਂਦੇ ਹਾਂ, ਪਰ ਲੋੜੀਂਦੇ ਅਸੀਂ ਫ੍ਰੈਂਚ ਕਰਵ ਦੇ ਨਾਲ ਵੀ ਜਾਂਦੇ ਹਾਂ। ਪੇਪਰ ਨੂੰ ਫੜਨ ਲਈ ਸਾਨੂੰ ਪੇਪਰ ਕਲਿੱਪਾਂ ਅਤੇ ਪਿੰਨਾਂ ਦੀ ਲੋੜ ਹੁੰਦੀ ਹੈ, ਅਤੇ ਪੈਨਸਿਲ ਨੂੰ ਤਿੱਖਾ ਕਰਨ ਲਈ ਸੈਂਡਪੇਪਰ ਸ਼ਾਰਪਨਰ ਜਾਂ ਬਲੇਡਾਂ ਦੀ ਲੋੜ ਹੁੰਦੀ ਹੈ। ਡਰਾਇੰਗ ਇੰਸਟਰੂਮੈਂਟਸ ਅਤੇ ਐਕਸੈਸਰੀਜ਼ ਵਿੱਚ ਜ਼ਰੂਰੀ ਕੰਪੋਨੈਂਟ ਡਰਾਇੰਗ ਸ਼ੀਟ ਦੀ ਵਰਤੋਂ ਕਰ ਰਿਹਾ ਹੈ। ਇੱਥੇ ਅਸੀਂ ਇੱਕ ਖਾਸ ਵਿਡਥ ਅਤੇ ਇਹ ਲੈਂਥ ਵਾਲੀ ਇੱਕ ਡਰਾਇੰਗ ਸ਼ੀਟ ਟੈਂਪਲੇਟ ਦੇਖ ਸਕਦੇ ਹਾਂ। ਇਹ ਇੱਕ ਬਹੁਤ ਹੀ ਲੰਬਾ ਰੈਕਟੈਂਗੂਲਰ ਸ਼ੀਟ ਡਰਾਇੰਗ ਪੇਪਰ ਹੈ, ਜੋ ਕਿਸੇ ਵੀ ਡਰਾਇੰਗ ਲਈ ਭਾਰਤੀ ਸਟੈਂਡਰਡਸ ਦਾ ਆਮ ਬਿਊਰੋ ਦੀ ਸਿਫਾਰਸ਼ ਕਰਦਾ ਹੈ। ਇਹਨਾਂ ਡਰਾਇੰਗ ਸ਼ੀਟਾਂ ਨੂੰ ਵੱਖ-ਵੱਖ ਫਾਰਮੈਟਾਂ ਵਿੱਚ ਸ਼੍ਰੇਣੀਬੱਧ ਕਰਨਾ, ਜਿਵੇਂ ਕਿ ਇੱਕ ਨਟ ਜਿਸ ਦੀ ਲੈਂਥ 1199 ਮਿਲੀਮੀਟਰ ਅਤੇ ਵਿਡਥ 849 ਮਿਲੀਮੀਟਰ ਹੈ। ਆਮ ਤੌਰ ਤੇ ਅਸੀਂ ਹੋਰੀਜ਼ੋਂਟਲ ਡਾਇਰੈਕਸ਼ਨ ਵਿੱਚ ਇੱਕ ਲੰਬੀ ਸਾਈਡ ਰੱਖਦੇ ਹਾਂ ਅਤੇ ਵਰਟੀਕਲ ਛੋਟੀ ਸਾਈਡ ਤੇ ਇੱਕ 849 ਮਿਲੀਮੀਟਰ ਬਾਏ 594 ਮਿਲੀਮੀਟਰ ਦੀਆਂ ਹੋਰ ਸ਼ੀਟਾਂ ਵੀ ਉਪਲਬਧ ਹਨ। ਜੇਕਰ ਤੁਸੀਂ ਵੇਖ ਰਹੇ ਹੋ ਕਿ ਇੱਥੇ ਇਹ ਡਾਇਗੋਨਲ ਰੈਪਟੀਸ਼ਨ ਹੈ, ਅਸੀਂ ਇਸ ਡਰਾਇੰਗ ਸ਼ੀਟ ਲਈ 594 ਤੋਂ 420 ਤੱਕ ਦੇਖ ਸਕਦੇ ਹਾਂ। ਇਹ 420 ਤੋਂ 297 ਅਤੇ ਇਹ 297 ਤੋਂ 210। ਅਸੀਂ ਡਰਾਇੰਗ ਸ਼ੀਟਾਂ ਵਿੱਚ ਇਸ ਰਿਪੀਟਿਡ ਪੈਟਰਨ ਨੂੰ ਕਹਿ ਸਕਦੇ ਹਾਂ। ਆਮ ਤੌਰ ਤੇ ਡਰਾਇੰਗ ਸ਼ੀਟਾਂ ਵਿੱਚ ਉਹਨਾਂ ਦੇ ਪ੍ਰੋਜੈਕਸ਼ਨਸ ਤੇ 3 ਡਾਇਮੈਂਸ਼ਨਲ ਆਬਜੈਕਟਸ ਹੁੰਦੇ ਹਨ। ਇਸ ਲਈ ਜੇਕਰ ਅਸੀਂ ਫਰੰਟਲ ਵਿਊ ਤੋਂ ਦੇਖ ਰਹੇ ਹਾਂ ਕਿ ਡਰਾਇੰਗ ਅਸਲ ਵਿੱਚ ਸਾਈਡ ਵਿਊ ਵਾਂਗ ਕਿਵੇਂ ਦਿਖਾਈ ਦਿੰਦੀ ਹੈ। ਸਾਈਡ ਤੋਂ ਜੇਕਰ ਅਸੀਂ ਉਸ ਆਬਜੈਕਟ ਨੂੰ ਦੇਖ ਰਹੇ ਹਾਂ ਤਾਂ ਇਸ ਦਾ ਮਤਲਬ ਸ਼ਾਇਦ ਇਸ ਡਾਇਰੈਕਸ਼ਨ
ਵਿੱਚ ਹੈ ਕਿ ਆਬਜੈਕਟ ਅਸਲ ਵਿੱਚ ਇਨਕਲਾਈਨਡ ਪ੍ਰੋਜੈਕਸ਼ਨਸ ਦੀ ਤਰ੍ਹਾਂ ਕਿਵੇਂ ਦਿਖਾਈ ਦਿੰਦੀ ਹੈ, ਅਤੇ ਇਹ ਵੀ ਕਿ ਜੇ ਕੋਈ ਕੱਟ ਸੈਕਸ਼ਨ ਹਨ, ਜਿਵੇਂ ਕਿ ਇਸ ਨੂੰ ਸਮੱਗਰੀ ਵਾਲੇ ਪੋਰਸ਼ਨ ਦੇ ਨਾਲ ਹੈਸ਼ ਦਿਖਾ ਕੇ, ਅਤੇ ਇਹ ਵੀ ਹੋ ਸਕਦਾ ਹੈ ਕਿ ਇਸ ਵਿੱਚ ਪਿਨ ਜੁਆਇੰਟ ਅਤੇ ਕਈ ਤਰ੍ਹਾਂ ਦੇ ਕੱਟ ਸੈਕਸ਼ਨ ਹੋਣ, ਤਾਂ ਉਹਨਾਂ ਚੀਜ਼ਾਂ ਨੂੰ ਵੀ ਦਰਸਾਇਆ ਜਾ ਸਕਦਾ ਹੈ। ਅਤੇ ਇਹਨਾਂ ਵਿੱਚੋਂ ਹਰੇਕ ਪਾਰਟ ਨੂੰ ਕੁਝ ਖਾਸ ਕਿਸਮ ਦੇ ਲੈਟਰਿੰਗ ਦੁਆਰਾ ਦਰਸਾਇਆ ਜਾਵੇਗਾ। ਅਤੇ ਅਸੀਂ ਕੁਝ ਅਜਿਹਾ ਦੇਖਾਂਗੇ ਜਿਵੇਂ ਕਿ ਡਰਾਇੰਗ ਸ਼ੀਟ ਦੀ ਓਨਰਸ਼ਿਪ ਵਿੱਚ ਨਾਮ ਅਤੇ ਜਿਸਨੇ ਵੀ ਇਸ ਨੂੰ ਬਣਾਇਆ ਹੈ, ਅਤੇ ਆਬਜੈਕਟਸ ਦੀਆਂ ਵਿਸ਼ੇਸ਼ਤਾਵਾਂ ਕੀ ਹਨ, ਅਤੇ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ। ਇਸ ਵਿੱਚ ਇਲੈਕਟ੍ਰੀਕਲ ਇੰਜੀਨੀਅਰਿੰਗ ਇਲੈਕਟ੍ਰੋਨਿਕਸ ਲਈ ਵੀ ਕਈ ਵੇਰੀਏਬਲ, ਡਾਇਗਰਾਮ ਅਤੇ ਲੈਟਰਜ਼ ਸ਼ਾਮਲ ਹੁੰਦੇ ਹਨ ਜੇਕਰ ਕੋਈ ਇੱਕ ਅਜਿਹਾ ਕੰਪੋਨੈਂਟ ਬਣਾਉਣਾ ਚਾਹੁੰਦਾ ਹੈ ਜਿਸ ਨੂੰ ਕੰਪੋਨੈਂਟ ਨੂੰ ਸਪਸ਼ਟ ਰੂਪ ਵਿੱਚ ਦਰਸਾਇਆ ਜਾਣਾ ਚਾਹੀਦਾ ਹੈ। ਡਾਈਮੈਂਸ਼ਨਸ, ਸਾਈਜ਼, ਇੰਟਰੀਕੇਟ ਵੇਰਵੇ ਕੀ ਹਨ, ਹਰ ਚੀਜ਼ ਨੂੰ ਦਰਸਾਉਣਾ ਚਾਹੀਦਾ ਹੈ, ਅਤੇ ਇੱਕ ਡਰਾਇੰਗ ਸ਼ੀਟ ਨੂੰ ਸਮਰਾਈਜ਼ ਕਰਨ ਲਈ ਉਹ ਹੈ ਜਿਸ ਤੇ ਅਸੀਂ ਇਹ ਸਕੈਚ ਡਰਾਅ ਕਰਦੇ ਹਾਂ। ਅਤੇ ਆਮ ਤੌਰ ਤੇ ਅਸੀਂ ਰੇਕਮੈਂਡ ਕਰਦੇ ਹਾਂ BIS ਸਟੈਂਡਰਡਸ ਡਰਾਇੰਗ ਅਤੇ ਟਾਈਟਲ ਵਿੱਚ ਹਮੇਸ਼ਾ ਉੱਥੇ ਹੁੰਦੇ ਹਨ। ਪਿਕਟੋਰੀਅਲੀ ਰੂਪ ਵਿੱਚ ਦਰਸਾਉਣ ਲਈ ਇਹ ਨੋਟ ਸਾਈਜ਼ A1, A2, A3, A4। ਅਸੀਂ ਇੱਕ ਬਹੁਤ ਲੰਬੀ ਡਰਾਇੰਗ ਸ਼ੀਟ ਦੀ ਨੁਮਾਇੰਦਗੀ ਕੀਤੀ ਹੈ, ਜਿਸ ਦਾ ਅੱਧਾ ਹਿੱਸਾ ਤੁਹਾਨੂੰ A1 ਦਿੰਦਾ ਹੈ, ਉਹ ਅੱਧਾ ਤੁਹਾਨੂੰ A2 ਦਿੰਦਾ ਹੈ। ਅੱਗੇ A3 ਅਤੇ A4 ਤਾਂ A4 ਉਹ ਸ਼ੀਟ ਹੈ ਜੋ ਅਸੀਂ ਟ੍ਰੈਡੀਸ਼ਨਲੀ ਤੌਰ ਤੇ ਜਵਾਬਾਂ ਦੀਆਂ ਸਕ੍ਰਿਪਟਾਂ ਲਿਖਣ ਜਾਂ ਸ਼ਾਇਦ ਸਾਡੀ ਸਮੱਗਰੀ ਨੂੰ ਛਾਪਣ ਲਈ ਵਰਤਦੇ ਹਾਂ। ਸਟੈਂਡਰਡ ਪੇਜ ਜੋ ਅਸੀਂ ਵਰਤਦੇ ਹਾਂ, ਉਹ A4 ਦੇ ਸੰਬੰਧ ਵਿੱਚ A4 ਹੈ। ਇਹ ਨੋਟ ਵੀ ਵੱਡੀ ਹੈ। ਕਿ ਸਭ ਤੋਂ ਵਧੀਆ ਡਰਾਇੰਗ ਸ਼ੀਟ ਕਿਸ ਨੂੰ ਵਰਤਣੀ ਚਾਹੀਦੀ ਹੈ। ਕਿਸੇ ਨੂੰ ਇਸ ਸਭ ਤੋਂ ਛੋਟੀ ਡਰਾਇੰਗ ਸ਼ੀਟ ਦੀ ਵਰਤੋਂ ਕਰਨੀ ਪੈਂਦੀ ਹੈ ਜੋ ਡਰਾਇੰਗ ਅਤੇ ਰੈਜ਼ੋਲੂਸ਼ਨ ਬਾਰੇ ਪੂਰੀ ਸਪਸ਼ਟਤਾ ਦੇ ਸਕਦੀ ਹੈ, ਜੋ ਸਭ ਤੋਂ ਵਧੀਆ ਡਰਾਇੰਗ ਸ਼ੀਟ ਜੋ ਵਰਤ ਸਕਦੇ ਹੋ। ਜੇਕਰ ਆਬਜੈਕਟ ਛੋਟਾ ਹੈ ਅਤੇ ਤੱਤ ਦੀ ਇੱਕ ਛੋਟੀ ਜਿਹੀ ਸੰਖਿਆ ਇਸ ਵਿੱਚ ਸ਼ਾਮਲ ਹੈ ਤਾਂ ਦੋ ਸ਼ੀਟ ਦੀ ਵਰਤੋਂ ਕਰਨਾ ਠੀਕ ਹੈ। ਜੇਕਰ ਆਬਜੈਕਟ ਬਹੁਤ ਵੱਡੀ ਹੈ ਅਤੇ ਬਹੁਤ ਸਾਰੇ ਕੰਪੋਨੈਂਟਸ ਹਨ ਜੋ ਵਿਸਤ੍ਰਿਤ ਸਮੀਕਰਨ ਵੇਰਵੇ ਦੇਣਾ ਚਾਹੁੰਦੇ ਹਨ, ਤਾਂ ਇਹ ਨੋਟ ਵੀ ਜ਼ਰੂਰੀ ਹੈ। ਜਿਵੇਂ ਕਿ ਮੈਂ ਦੱਸਿਆ ਹੈ, ਡਰਾਇੰਗ ਸ਼ੀਟ ਵਿੱਚ ਇੱਕ ਡਰਾਇੰਗ ਸਪੇਸ, ਕੁਝ ਬਾਰਡਰ ਲਾਈਨਾਂ ਅਤੇ ਇੱਕ ਟਾਈਟਲ ਬਲੌਕ ਸ਼ਾਮਲ ਹੁੰਦਾ ਹੈ। ਲੰਬੀ ਸਾਈਡ ਹਮੇਸ਼ਾ ਹੋਰੀਜ਼ੋਨਟਲ ਡਾਇਰੈਕਸ਼ਨ ਵਿੱਚ ਹੋਵੇ, ਛੋਟੀ ਸਾਈਡ ਹਮੇਸ਼ਾ ਵਰਟੀਕਲ ਡਾਇਰੈਕਸ਼ਨ ਵਿੱਚ ਹੋਵੇ। ਡਰਾਇੰਗ ਸ਼ੀਟ ਦੇ ਬਾਅਦ ਅਗਲਾ ਇੱਕ ਡਰਾਇੰਗ ਸ਼ੀਟ ਹੈ। ਸਾਨੂੰ ਇੱਕ ਡਰਾਇੰਗ ਬੋਰਡ ਦੀ ਲੋੜ ਹੈ। ਇੱਥੇ ਅਸੀਂ ਵੱਖ-ਵੱਖ ਕਿਸਮਾਂ ਦੇ ਡਰਾਇੰਗ ਬੋਰਡ ਦਿਖਾਏ ਹਨ। ਕਲਾਸੀਕਲ ਇੱਕ ਲੱਕੜ ਦੇ ਸਟਰਕਚਰ ਦੀ ਵਰਤੋਂ ਕਰ ਰਿਹਾ ਹੈ। ਇੱਕ ਇਨਕਲਾਈਨਡ ਪਲੇਨ, ਜਿਸ ਤੇ ਇੱਕ ਡਰਾਇੰਗ ਸ਼ੀਟ ਅਤੇ ਇੱਕ ਕੰਪਾਰਟਮੈਂਟ ਨੂੰ ਫਿਕਸ ਕਰਨ ਜਾ ਰਿਹਾ ਹੈ ਤਾਂ ਜੋ ਤੁਹਾਡੇ ਰਿਜ਼ਰਵਸ, ਜਿਵੇਂ ਕਿ ਪੈਨ, ਪੈਨਸਿਲ ਅਤੇ ਡਰਾਇੰਗ ਇਕਵਿਪਮੈਂਟ। ਇਹ ਡਰਾਇੰਗ ਬੋਰਡ ਮੈਟੈਲਿਕ ਸਰਫੇਸ ਅਤੇ ਪਲਾਸਟਿਕ ਦੇ ਨਾਲ ਵੀ ਬਣਾਏ ਜਾ ਸਕਦੇ ਹਨ। ਡਰਾਇੰਗ ਬੋਰਡ ਦਾ ਸਾਈਜ਼ ਹਮੇਸ਼ਾ ਇਸ ਡਰਾਇੰਗ ਸ਼ੀਟ ਤੋਂ ਵੱਡਾ ਹੁੰਦਾ ਹੈ। ਉਦਾਹਰਨ ਲਈ, ਜੇਕਰ ਅਸੀਂ ਇੱਕ ਨਟ ਸ਼ੀਟ ਦੀ ਵਰਤੋਂ ਕਰ ਰਹੇ ਹਾਂ ਤਾਂ ਡਰਾਇੰਗ ਬੋਰਡ ਦਾ ਸਾਈਜ਼ 1500 ਮਿਲੀਮੀਟਰ ਬਾਏ 1000 ਮਿਲੀਮੀਟਰ ਵਿਡਥ, ਮੋਟਾਈ 25 ਮਿਲੀਮੀਟਰ ਤੋਂ ਵੱਡੀ ਹੋਣੀ ਚਾਹੀਦੀ ਹੈ। ਜੇਕਰ ਕੋਈ ਇਹ ਤਿੰਨ ਸ਼ੀਟ ਦੀ ਵਰਤੋਂ ਕਰ ਰਿਹਾ ਹੈ ਤਾਂ ਡਰਾਇੰਗ ਟੇਬਲ
ਦੇ ਅੱਗੇ ਡਰਾਇੰਗ ਬੋਰਡ ਲੋੜੀਂਦਾ D3 ਸਾਈਜ਼ ਦਾ ਹੈ। ਸਾਨੂੰ ਲਾਈਨਾਂ ਬਣਾਉਣ ਲਈ ਇੱਕ ਡਰਾਫਟਰ ਜਾਂ ਟੀ ਸਕੁਏਅਰ ਦੀ ਲੋੜ ਹੈ। ਉਦਾਹਰਨ ਲਈ, ਇੱਥੇ ਇੱਕ ਮਕੈਨੀਕਲ ਡਰਾਫਟਰ ਦਿਖਾਇਆ ਗਿਆ ਹੈ। ਇਹ ਉਹ ਕਲੈਂਪ ਹੈ ਜਿਸ ਰਾਹੀਂ ਤੁਸੀਂ ਡਰਾਫਟਰ ਨੂੰ ਡਰਾਇੰਗ ਬੋਰਡ ਰਾਹੀਂ ਫਿਕਸ ਕਰੋਗੇ। ਸਕਰਿੰਗ ਅਨਸਕ੍ਰਿਊਇੰਗ ਕਰਕੇ ਉਸ ਕਲੈਂਪ ਨੂੰ ਜੋੜਨ ਦੀ ਪੋਜੀਸ਼ਨ ਵਿੱਚ ਹੋਵੇਗਾ ਅਤੇ ਇਸ ਵਿੱਚ ਮਕੈਨੀਕਲ ਬਾਰ ਹਨ ਜਿਨ੍ਹਾਂ ਰਾਹੀਂ ਕੋਈ ਹੋਰੀਜ਼ੋਨਟਲ ਅਤੇ ਵਰਟੀਕਲ ਡਾਇਰੈਕਸ਼ਨਸ ਨੂੰ ਪ੍ਰਾਪਤ ਕਰਨ ਦੀ ਪੋਜੀਸ਼ਨ ਵਿੱਚ ਹੋਵੇਗਾ। ਇਸ ਨੂੰ ਅਨਸਕ੍ਰਿਊਇੰਗ ਕਰਨ ਨਾਲ ਇਸ ਮਾਪਣ ਵਾਲੇ ਸਕੇਲ ਨੂੰ ਰੋਟੇਟ ਕੀਤਾ ਜਾ ਸਕਦਾ ਹੈ ਅਤੇ ਕਿਸੇ ਵੀ ਇਨਕਲਾਈਨ ਦਿਸ਼ਾ ਨੂੰ ਵੀ ਇਸ ਨੂੰ ਇਕੱਠਾ ਕੀਤਾ ਜਾ ਸਕਦਾ ਹੈ। ਡਰਾਫਟਰ ਦਾ ਉਦੇਸ਼ ਉਸ ਡਰਾਫਟਿੰਗ ਟੇਬਲ ਜਾਂ ਡਰਾਇੰਗ ਸ਼ੀਟ ਦੇ ਅਨੁਸਾਰ ਇੱਕ ਹੋਰੀਜ਼ੋਨਟਲ ਲਾਈਨ ਡਰੋ ਕਰਨਾ ਹੈ। ਇਸ ਡਰਾਫਟਰ ਦੀ ਵਰਤੋਂ ਕਰਕੇ ਕੋਈ ਵੀ ਕੰਪਲੀਟ ਵਰਟੀਕਲ ਲਾਈਨ ਡਰੋ ਕਰ ਸਕਦਾ ਹੈ। ਜਿੱਥੇ ਵੀ ਤੁਸੀਂ ਇਸ ਡਰਾਫਟਰ ਨੂੰ ਹਿਲਾਉਂਦੇ ਹੋ, ਇਹ ਹਮੇਸ਼ਾ ਸਿਰਫ ਹੋਰੀਜ਼ੋਨਟਲ ਅਤੇ ਵਰਟੀਕਲ ਦਿਸ਼ਾਵਾਂ ਦਿਖਾਉਂਦਾ ਹੈ। ਇਹ ਡਰਾਫਟਰ ਵੱਖ-ਵੱਖ ਕਿਸਮਾਂ ਦੇ ਵੀ ਹੋ ਸਕਦੇ ਹਨ। ਸਿੰਪਲ ਡਰਾਫਟਰ ਜਿਸ ਨੂੰ ਅਸੀਂ ਮਿਨੀ ਡਰਾਫਟਰ ਕਹਿੰਦੇ ਹਾਂ, ਇੱਥੇ ਦਿਖਾਇਆ ਗਿਆ ਹੈ ਕਿ ਸਭ ਤੋਂ ਵਧੀਆ ਡਰਾਫਟਰ ਵੀ ਇੱਥੇ ਹਨ ਅਤੇ ਉਹ ਇੱਥੇ ਦਿਖਾਏ ਗਏ ਹਨ। ਇਹ ਸਲਾਈਡਰ ਅੱਗੇ ਅਤੇ ਪਿੱਛੇ ਜਾਂਦੇ ਹਨ ਤਾਂ ਜੋ ਇਹ ਹੋਰੀਜ਼ੋਨਟਲ ਵਰਟੀਕਲ ਲਾਈਨ ਟੇਬਲ ਉੱਤੇ ਉਸ ਦਿਸ਼ਾ ਵਿੱਚ ਖਿੱਚੀਆਂ ਜਾ ਸਕਣ। ਪਹਿਲੇ ਦਿਨਾਂ ਵਿੱਚ ਲੋਕ ਟੀ ਸਕੁਏਅਰ ਦੇ ਨਾਲ ਜਾਂਦੇ ਸਨ। ਇਹ ਟੀ ਦੇ ਫਾਰਮ ਵਿੱਚ ਹੈ। ਇੱਕ ਵਾਰ ਜਦੋਂ ਇਹ ਬਲਾਕ ਡਰਾਇੰਗ ਟੇਬਲ ਨਾਲ ਅਲਾਈਨ ਹੋ ਜਾਂਦਾ ਹੈ ਤਾਂ ਕੋਈ ਇੱਕ ਹੋਰੀਜ਼ੋਨਟਲ ਲਾਈਨ ਵਿੱਚ ਡਰੋ ਕਰ ਸਕਦਾ ਹੈ। ਡਰਾਫਟਰ ਦੇ ਨਾਲ ਹੋਰ ਜ਼ਰੂਰੀ ਕੰਪੋਨੈਂਟ ਸੈਟ ਸਕੁਏਅਰ ਹਨ। ਇਹ ਆਮ ਤੌਰ ਤੇ 45 ਡਿਗਰੀ ਅਤੇ 30 ਤੋਂ 60 ਡਿਗਰੀ ਵਿੱਚ ਆਉਂਦੇ ਹਨ। ਇੱਥੇ ਇੰਕਲੀਨੇਸ਼ਨ ਐਂਗਲ 45 ਡਿਗਰੀ ਹੈ ਅਤੇ ਇਹ ਵੀ 45 ਡਿਗਰੀ ਹੈ ਅਤੇ ਇਹ 90 ਡਿਗਰੀ ਹੈ। ਜੇਕਰ ਕੋਈ ਮਿਨੀ ਡਰਾਫਟਰ ਨਾਲ ਇਨਕਲਾਈਨਡ ਲਾਈਨ ਡਰੋ ਕਰਨਾ ਚਾਹੁੰਦਾ ਹੈ ਤਾਂ ਉਹ ਸੈਟ ਸਕੁਏਅਰ ਨੂੰ ਉੱਥੇ ਰੱਖੇਗਾ ਅਤੇ ਉਸ ਦਿਸ਼ਾ ਵਿੱਚ ਇੱਕ ਲਾਈਨ ਡਰੋ ਕਰੇਗਾ। ਦੂਜਾ ਸੈਟ ਸਕੁਏਅਰ ਇਸ ਸਾਈਡ ਤੇ 30 ਡਿਗਰੀ ਅਤੇ ਇਸ ਸਾਈਡ 60 ਡਿਗਰੀ ਦੇ ਨਾਲ ਆਉਂਦਾ ਹੈ। ਬਾਕੀ ਐਂਗਲ 90 ਡਿਗਰੀ ਹੈ। ਕੁਝ ਸੈਟ ਸਕੁਏਅਰ ਵਿੱਚ ਇਸ ਤਰ੍ਹਾਂ ਦੇ ਕੰਪਲਿਕੇਟਡ ਕਰਵ ਪੈਟਰਨ ਵੀ ਹੁੰਦੇ ਹਨ। ਆਮ ਤੌਰ ਤੇ ਇਹ ਐਕ੍ਰੀਲਿਕ ਪਲਾਸਟਿਕ ਹੁੰਦੇ ਹਨ ਤਾਂ ਜੋ ਟਰਾਂਸਪੈਰੈਂਟ ਅਤੇ ਕੋਈ ਸਕੇਲ ਨੂੰ ਨੋਟ ਕਰ ਸਕੇ ਅਤੇ ਇਹਨਾਂ ਸਲਾਟਾਂ ਦੇ ਨਾਲ ਲਾਈਨਾਂ ਵੀ ਲਗਾ ਸਕੇ। ਦੂਸਰਾ ਜ਼ਰੂਰੀ ਕੰਪੋਨੈਂਟ ਪ੍ਰੋਟਰੈਕਟਰ ਹੈ ਜਿਸ ਰਾਹੀਂ ਕੋਈ ਉਸ ਪੁਆਇੰਟ ਦੁਆਰਾ ਬਣੇ ਇੰਕਲੀਨੇਸ਼ਨ ਐਂਗਲ ਨੂੰ ਨੋਟ ਕਰ ਸਕਦਾ ਹੈ। ਪੈਰਲਲ ਪਰਪੈਂਡੀਕਿਊਲਰ ਅਤੇ ਇਨਕਲਾਈਨਡ ਲਾਈਨ ਡਰੋ ਕਰਨ ਲਈ ਅਸੀਂ ਸੈਟ ਸਕੁਏਅਰ ਦੇ ਨਾਲ ਇਸ ਡਰਾਫਟਰ ਦੀ ਵਰਤੋਂ ਕਰਦੇ ਹਾਂ। ਬਾਕੀ ਡਰਾਇੰਗ ਕੰਪੋਨੈਂਟਸ ਡਰਾਇੰਗ ਕੰਪਾਸ ਅਤੇ ਡਿਵਾਈਡਰ ਹਨ। ਸਟੈਂਡਰਡ ਜਿਓਮੈਟ੍ਰੀਕਲ ਬਾਕਸ ਵਿੱਚ ਇਹ ਕੰਪਸ ਹੁੰਦਾ ਹੈ ਜਿਸ ਰਾਹੀਂ ਕੋਈ ਵੀ ਵਿਅਕਤੀ ਇਸ ਆਬਜੈਕਟ ਨੂੰ ਵਿਚਕਾਰ ਰੱਖ ਕੇ ਸਰਕਲ ਡਰੋ ਕਰ ਸਕਦਾ ਹੈ ਅਤੇ ਉਸ ਸਲਾਟ ਰਾਹੀਂ ਇੱਕ ਪੈਨਸਿਲ ਰੱਖ ਕੇ ਇੱਕ ਸੰਪੂਰਨ ਸਰਕਲ ਇੱਕ ਆਰਕ ਡਰੋ ਕਰ ਸਕਦਾ ਹੈ। ਦੂਜਾ ਇੱਕ ਡਿਵਾਈਡਰ ਹੈ। ਡਿਵਾਈਡਰ ਦੀ ਵਰਤੋਂ ਕਰਕੇ ਕੋਈ ਲੈਂਥ ਨੂੰ ਟਰੈਕ ਅਤੇ ਟਰਾਂਸਫਰ ਕਰ ਸਕਦਾ ਹੈ। ਉਦਾਹਰਨ ਲਈ ਦੋ ਪੁਆਇੰਟ ਹਨ। ਸਿੱਧੇ ਤੌਰ ਤੇ ਮਾਪਣ ਦੀ ਬਜਾਏ ਕਿ ਉਹ ਲੈਂਥ ਕੀ ਹੈ, ਅਸੀਂ ਉਸ ਵਿਚਕਾਰ ਦੀ ਦੂਰੀ ਨੂੰ ਟਰਾਂਸਫਰ ਕਰਨਾ ਚਾਹੁੰਦੇ ਹਾਂ। ਜੇ ਅਸੀਂ ਡਿਵਾਈਡਰ ਦੀ ਵਰਤੋਂ ਕਰਦੇ ਜਦੋਂ ਉਹ ਫਿਕਸ ਹੋ ਜਾਂਦਾ ਤਾਂ ਉਸੇ ਲੋਕੇਸ਼ਨ ਤੇ ਕਿਸੇ ਹੋਰ ਪੁਆਇੰਟ ਦੀ ਵਰਤੋਂ ਕਰੋ ਅਤੇ ਉਸ ਲੈਂਥ ਨੂੰ ਟਰਾਂਸਫਰ ਕਰੋ। ਫਰਦਰ ਪਰਪਸ ਲਈ ਅਸੀਂ ਆਮ ਤੌਰ ਤੇ ਡਿਵਾਈਡਰਾਂ ਨਾਲ ਜਾਂਦੇ ਹਾਂ। ਇਹ ਕੰਪਸ ਵੱਖੋ ਵੱਖਰੇ ਕੁਆਲਿਟੀ ਦੇ ਹੁੰਦੇ ਹਨ ਅਤੇ ਮਜ਼ਬੂਤ
ਹੁੰਦੇ ਹਨ ਅਤੇ ਵਧੀਆ ਮੈਟੈਲਿਕ ਫਰੇਮ ਹੁੰਦੇ ਹਨ ਤਾਂ ਜੋ ਗ੍ਰਿਪ ਹਮੇਸ਼ਾ ਚੰਗੀ ਰਹੇ ਅਤੇ ਇਹ ਉਹ ਹਿੱਸਾ ਹੈ ਜਿੱਥੇ ਪੈਨਸਿਲ ਲੀਡ ਪਾਈ ਜਾ ਸਕਦੀ ਹੈ। ਅਤੇ ਇਹ ਕੰਪਸ ਦੀ ਇੱਕ ਹੋਰ ਸ਼ੈਲੀ ਹੈ। ਬੋ ਕੰਪਸ ਨੂੰ ਆਮ ਤੌਰ ਤੇ ਅਸੀਂ ਕਹਿੰਦੇ ਹਾਂ ਜਿਸ ਰਾਹੀਂ ਇੱਕ ਲੀਡ ਉੱਥੇ ਰੱਖੀ ਜਾ ਸਕਦੀ ਹੈ ਅਤੇ ਇਹ ਕੰਪਸ ਦਾ ਇੱਕ ਜੋਇਨਿੰਗ ਪਾਰਟ ਹੈ ਜਿਸ ਨੂੰ ਕੋਈ ਇਨਸਰਟ ਕਰ ਸਕਦਾ ਹੈ ਜਿਸ ਰਾਹੀਂ ਲੀਡ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਇੱਥੇ ਪੈਨਸਿਲ ਲੀਡਾਂ ਦਿਖਾਈਆਂ ਜਾਂਦੀਆਂ ਹਨ। ਟਿਪੀਕਲ ਇੰਜੀਨੀਅਰਿੰਗ ਕੰਪਸ ਡਿਵਾਈਡਰ ਇਸ ਕੰਪਸ ਦੀ ਵਰਤੋਂ ਕਰਨ ਵਾਲੇ ਐਪਲੀਕੇਸ਼ਨ ਦੇ ਆਧਾਰ ਤੇ ਵੱਖ-ਵੱਖ ਫਾਰਮੈਟਾਂ ਵਿੱਚ ਆਉਂਦੇ ਹਨ। ਹੁਣ ਕਿਸੇ ਵੀ ਡਰਾਇੰਗ ਦਾ ਕੀ ਕੰਪੋਨੈਂਟ ਸਾਧਾਰਨ ਪੈਨਸਿਲਾਂ ਦੀ ਤੁਲਨਾ ਵਿੱਚ ਪੈਨਸਿਲ ਹੈ। ਇੰਜੀਨੀਅਰਿੰਗ ਡਰਾਇੰਗ ਸਕੈਚ ਪੈਨਸਿਲਾਂ ਵਿੱਚ ਵੱਖ-ਵੱਖ ਗ੍ਰੇਡ ਹੁੰਦੇ ਹਨ। ਆਮ ਤੌਰ ਤੇ ਉਸ ਗ੍ਰੇਫਾਈਟ ਲੈਡ ਦੀ ਕਠੋਰਤਾ ਦੇ ਆਧਾਰ ਤੇ 16 ਗ੍ਰੇਡਾਂ ਦੀ ਵਰਤੋਂ ਅਸੀਂ ਕਰਾਂਗੇ। ਉਦਾਹਰਨ ਲਈ ਇਹ 9H ਬਹੁਤ ਸਖਤ ਕਿਸਮ ਦਾ ਗ੍ਰੇਫਾਈਟ ਹੈ ਜਿਸ ਵਿੱਚ 6H, 5H ਅਤੇ 4H ਬਹੁਤ ਸਖਤ ਹੋਣਗੇ। ਜੇਕਰ ਇਹ 3H ਬਹੁਤ ਸਖਤ ਪੈਨਸਿਲ ਹੈ ਅਤੇ ਜੇਕਰ ਇਹ H ਔਸਤਨ ਸਖਤ ਹੈ ਤਾਂ ਜੇਕਰ ਇਹ B ਟਾਈਪ ਦੀ ਹੈ ਤਾਂ ਮੱਧਮ ਤੌਰ ਤੇ ਨਰਮ ਅਤੇ ਕਾਲੀ ਹੈ। 2B ਪੈਨਸਿਲ ਨਰਮ ਅਤੇ ਕਾਲੇ ਹਨ। 3B ਪੈਨਸਿਲ ਬਹੁਤ ਨਰਮ ਅਤੇ ਕਾਲੇ ਹਨ ਅਤੇ 7B ਪੈਨਸਿਲ ਸਭ ਤੋਂ ਨਰਮ ਹਨ। ਇੱਥੇ ਲੈਫਟ ਹੈਂਡ ਸਾਈਡ ਤੇ ਅਸੀਂ ਵੱਖ-ਵੱਖ ਪੈਨਸਿਲਾਂ ਦਿਖਾਈਆਂ ਹਨ ਜਿਵੇਂ ਕਿ 6B 5B B ਸ਼ਾਇਦ 5H 3H ਅਤੇ 4H ਨੋਟੇਸ਼ਨ ਹੇਠਾਂ ਅਸੀਂ ਪੈਨਸਿਲ ਦੁਆਰਾ ਬਣਾਇਆ ਰੰਗ ਦਿਖਾਇਆ ਹੈ। ਉਸ ਪੈਨਸਿਲ ਦੁਆਰਾ ਬਣਾਇਆ ਗਿਆ ਕੰਟਰਾਸਟ ਇਸ ਕੋਰਸ ਲਈ ਰੇਕਮੈਂਡਡ ਪੈਨਸਿਲਾਂ ਹਨ। ਪੈਨਸਿਲ ਦੇ ਇਹ 4 ਗ੍ਰੇਡ ਹਨ ਜਿੱਥੇ 3H 2H H ਅਤੇ HB ਦਾ ਜ਼ਿਕਰ ਕੀਤਾ ਗਿਆ ਹੈ ਅਤੇ ਉਸ ਪੈਨਸਿਲ ਦਾ ਉਦੇਸ਼ ਕੌਨਸਟਰਕਟ ਲਾਈਨਾਂ ਬਣਾਉਣਾ ਹੈ। ਸ਼ਾਇਦ ਡਾਇਮੈਂਸ਼ਨ ਲਾਈਨ ਅਤੇ ਸੈਂਟਰ ਲਾਈਨ 2H ਦੀ ਵਰਤੋਂ ਕਰਕੇ ਬਣਾਈਆਂ ਗਈਆਂ ਹਨ। ਜੇਕਰ ਇਹ ਆਬਜੈਕਟ ਲਾਈਨ ਹਨ ਅਤੇ ਲੈਟਰਿੰਗ ਹਨ ਤਾਂ ਇਸ ਨੂੰ H ਨਾਲ ਕੀਤਾ ਜਾਣਾ ਚਾਹੀਦਾ ਹੈ ਅਤੇ ਜੇਕਰ ਇਹ ਡਾਇਮੈਂਸ਼ਨਿੰਗ ਅਤੇ ਬਾਉਂਡਰੀ ਲਾਈਨ ਬਾਰੇ ਕੁਝ ਹੈ ਤਾਂ ਸਮੁੱਚੇ ਤੌਰ ਤੇ HB ਪੈਨਸਿਲ ਦੀ ਵਰਤੋਂ ਕਰਨੀ ਪੈਂਦੀ ਹੈ। B ਗ੍ਰੇਡ ਪੈਨਸਿਲਾਂ ਵਿੱਚ ਵਧੇਰੇ ਗ੍ਰੇਫਾਈਟ ਹੁੰਦੇ ਹਨ। ਜੇਕਰ ਅਸੀਂ ਟੇਬਲ ਵਿੱਚ ਦੇਖ ਰਹੇ ਹਾਂ ਤਾਂ B ਵਿੱਚ ਹਮੇਸ਼ਾ ਵਧੇਰੇ ਗ੍ਰੇਫਾਈਟ ਹੁੰਦੇ ਹਨ ਅਤੇ ਇੱਕ ਮੋਟੀ ਅਤੇ ਗੂੜ੍ਹੀਆਂ ਲਾਈਨਾਂ ਬਣਾਉਂਦੇ ਹਨ ਅਤੇ ਇਹ ਲਾਈਨਾਂ ਹਲਕੀ ਪੈਨਸਿਲ ਨਾਲੋਂ ਥੋੜ੍ਹੀਆਂ ਧੁੰਦਲੀਆਂ ਹੁੰਦੀਆਂ ਹਨ ਜਦੋਂ ਕਿ ਇਹ H ਗ੍ਰੇਡ ਪੈਨਸਿਲ ਜੇ ਤੁਸੀਂ ਵਰਤ ਰਹੇ ਹੋ ਇਸ ਵਿੱਚ ਜ਼ਿਆਦਾ ਕਲੇ ਹਲਕੀ ਹੁੰਦੀ ਹੈ ਅਤੇ ਬਾਰੀਕ ਲਾਈਨ ਡਰੋ ਕੀਤੀਆਂ ਜਾ ਸਕਦੀਆਂ ਹਨ ਅਤੇ ਗੂੜ੍ਹੀ ਪੈਨਸਿਲ ਨਾਲੋਂ ਘੱਟ ਧੁੰਦਲਾ ਹੁੰਦਾ ਹੁਣ ਅਸੀਂ ਉਦਾਹਰਨ ਲਈ ਫ੍ਰੈਂਚ ਕਰਵਜ਼ ਬਾਰੇ ਸਿੱਖਾਂਗੇ। ਜੇਕਰ ਮੇਰੇ ਕੋਲ 3 ਡਾਟਾ ਪੁਆਇੰਟ ਹਨ ਤਾਂ ਕੋਈ ਇਸ ਤਰ੍ਹਾਂ ਇੱਕ ਆਰਬਿਟਰੇਰੀ ਫਰੀਹੈਂਡ ਸਕੈਚ ਡਰੋ ਕਰ ਸਕਦਾ ਹੈ ਜਾਂ ਸ਼ਾਇਦ ਇੱਕ ਫ੍ਰੈਂਚ ਕਰਵ ਦੀ ਵਰਤੋਂ ਕਰੋ ਤਾਂ ਜੋ ਪੁਆਇੰਟ ਉਸ ਕਰਵ ਵਿੱਚੋਂ ਲੰਘ ਰਿਹਾ ਹੋਵੇ ਅਤੇ ਇਸ ਨੂੰ ਇੱਕ ਵਧੀਆ ਸਮੂਥ ਲਾਈਨ ਨਾਲ ਜੋੜ ਸਕੇ। ਫਰਦਰ ਪਰਪਸ ਲਈ ਸਾਨੂੰ ਇਹਨਾਂ ਫ੍ਰੈਂਚ ਕਰਵ ਦੀ ਲੋੜ ਹੈ ਅਤੇ ਇਹ ਫ੍ਰੈਂਚ ਕਰਵ ਯੂਲਰ ਸਪਾਇਰਲ ਤੋਂ ਬਣੇ ਪਾਰਟ ਹਨ। ਯੂਲਰ ਸਪਾਇਰਲ ਦੇ ਪਾਰਟ ਨੂੰ ਲਿਆ ਜਾਵੇਗਾ ਅਤੇ ਇਹ ਫ੍ਰੈਂਚ ਕਰਵ ਬਣਾਏ ਜਾਣਗੇ ਅਤੇ ਕਰਵ ਦੇ ਫਰੀ ਫਾਰਮ ਨੂੰ ਡਰਾਇੰਗ ਕਰਨ ਲਈ ਬਣਾਇਆ ਜਾਵੇਗਾ। ਉਦਾਹਰਨ ਲਈ ਇੱਕ ਸਮੂਥ ਕਰਵ ਬਹੁਤ ਸਾਰੇ ਨੌਨ ਕੋਲੀਨੀਅਰ ਪੁਆਇੰਟਸ ਵਿੱਚੋਂ ਲੰਘਦਾ ਹੈ।
ਉਦਾਹਰਨ ਲਈ A ਪੁਆਇੰਟ, A ਪੁਆਇੰਟ, A ਪੁਆਇੰਟ, ਇਹ ਕੋਲੀਨੀਅਰ ਪੁਆਇੰਟ ਹਨ, ਹਾਲਾਂਕਿ ਇਹ 3 ਪੁਆਇੰਟ ਨੋਨ ਕੋਲੀਨੀਅਰ ਹਨ। ਇੱਕ ਕਰਵ ਨੂੰ ਦਰਸਾਉਣ ਲਈ ਅਸੀਂ ਫ੍ਰੈਂਚ ਕਰਵ ਦੀ ਵਰਤੋਂ ਕਰਦੇ ਹਾਂ, ਆਮ ਤੌਰ ਤੇ ਲੰਬੇ ਕਰਵ ਪੈਰਾਬੋਲਾ ਲਈ ਵਰਤੇ ਜਾਂਦੇ ਹਨ, ਛੋਟੇ ਕਰਵ ਇਲਿਪਸ ਲਈ ਵਰਤੇ ਜਾਂਦੇ ਹਨ ਅਤੇ ਮੀਡੀਅਮ ਕਰਵ ਹਾਈਪਰਬੋਲਾ ਲਈ ਵਰਤੇ ਜਾਂਦੇ ਹਨ, ਅਤੇ ਇਸ ਵਿੱਚ ਵੱਖ-ਵੱਖ ਇਲਿਪਟਿਕ ਕਰਵ ਵੀ ਸ਼ਾਮਲ ਹੁੰਦੇ ਹਨ। ਜਦੋਂ ਵੀ ਕਰਵ ਦੇ ਫਰੀ ਫਾਰਮ ਦੀ ਲੋੜ ਹੁੰਦੀ ਹੈ ਤਾਂ ਅਸੀਂ ਇਸ ਫ੍ਰੈਂਚ ਕਰਵ ਦੀ ਵਰਤੋਂ ਕਰਦੇ ਹਾਂ, ਇੱਥੋਂ ਤੱਕ ਕਿ ਲੱਕੜ ਬਣਾਉਣ ਅਤੇ ਕੱਟਣ ਲਈ ਲੋਕ ਵਧੀਆ ਫਿਨਿਸ਼ ਪ੍ਰਾਪਤ ਕਰਨ ਲਈ ਮੈਟੈਲਿਕ ਫ੍ਰੈਂਚ ਕਰਵ ਦੀ ਵਰਤੋਂ ਕਰਦੇ ਹਨ। ਹੋਰ ਡਰਾਇੰਗ ਇੰਸਟਰੂਮੈਂਟਸ ਅਤੇ ਐਕਸੈਸਰੀਜ਼ ਪੇਪਰ ਕਲਿੱਪ ਅਤੇ ਪੈਨ ਹਨ। ਜਦੋਂ ਵੀ ਸਾਡੇ ਕੋਲ ਇੱਕ ਡਰਾਇੰਗ ਬੋਰਡ ਹੁੰਦਾ ਹੈ ਤਾਂ ਇਹ ਉਹ ਬੋਰਡ ਹੁੰਦਾ ਹੈ ਜਿਸ ਨੂੰ ਅਸੀਂ ਡਰਾਇੰਗ ਬੋਰਡ ਉੱਤੇ ਡਰਾਇੰਗ ਸ਼ੀਟ ਨੂੰ ਰੱਖਣਾ ਚਾਹਾਂਗੇ। ਇਹ ਇਸ ਨੂੰ ਫੜਨ ਲਈ ਪੇਪਰ ਹੈ। ਅਸੀਂ ਇਸ ਨੂੰ ਕੱਸ ਕੇ ਫੜਨ ਲਈ ਇਸ ਕਲਿੱਪ ਅਰੇਂਜਮੈਂਟ ਦੀ ਵਰਤੋਂ ਕਰਦੇ ਹਾਂ। ਸਾਨੂੰ ਇਹਨਾਂ ਕਲਿੱਪਾਂ ਦੀ ਲੋੜ ਹੁੰਦੀ ਹੈ, ਕਈ ਵਾਰ ਲੋਕ ਪਿੰਨ ਵੀ ਵਰਤਦੇ ਹਨ। ਪੈਨਸਿਲ ਨੂੰ ਤਿੱਖਾ ਕਰਨ ਲਈ ਕਈ ਵਾਰ ਸਾਨੂੰ ਸੈਂਡਪੇਪਰ ਦੀ ਲੋੜ ਪੈਂਦੀ ਹੈ। ਅਤੇ ਨਾਲੇ ਇਸ ਸੈਂਡਪੇਪਰ ਤੇ ਇਸ ਨੂੰ ਥੋੜੀ ਚੌੜੀ ਕਿਸਮ ਦੀਆਂ ਲਾਈਨਾਂ ਬਣਾਉਣ ਲਈ ਅਸੀਂ ਆਮ ਤੌਰ ਤੇ ਇਸ ਪੈਨਸਿਲ ਨੂੰ ਬਹੁਤ ਤਿੱਖੇ ਕੋਰਨਰਸ ਲਈ ਰਗੜਦੇ ਹਾਂ। ਅਸੀਂ ਇਸ ਸ਼ਾਰਪਨਰ ਦੀ ਵਰਤੋਂ ਕਰਦੇ ਹਾਂ ਅਤੇ ਰੇਕਮੈਂਡ ਕੀਤਾ ਇਰੇਜ਼ਰ ਸਟੈਡਲਰ ਹੈ, ਜਿਸ ਵਿੱਚ ਹਮੇਸ਼ਾ ਇਸ ਤਰ੍ਹਾਂ ਦਾ ਮਿਟਾਉਣਾ ਬਹੁਤ ਹੀ ਸਮੂਥ ਹੁੰਦਾ ਹੈ। ਇੰਨੇ ਜ਼ਰੂਰੀ ਡਰਾਇੰਗ ਇੰਸਟਰੂਮੈਂਟਸ ਜਿਵੇਂ ਕਿ ਬੋਰਡ, ਸ਼ੀਟ, ਪੈਨਸਿਲ, ਸ਼ਾਰਪਨਰ, ਕਲਿੱਪ, ਕੰਪਸ, ਡਿਵਾਈਡਰ ਅਤੇ ਸੈਟ ਸਕੁਏਅਰ ਤੋਂ ਬਾਅਦ ਪਹਿਲਾ ਉਦੇਸ਼ ਅੱਖਰਾਂ ਨੂੰ ਕਿਵੇਂ ਡਰਾ ਕਰਨਾ ਹੈ। ਇਸ ਸੈਕਸ਼ਨ ਵਿੱਚ ਅਸੀਂ ਕਵਰ ਕਰਦੇ ਹਾਂ ਕਿ ਡਰਾਇੰਗ ਲਈ ਲੈਟਰਿੰਗ ਦੀਆਂ ਕਿਹੜੀਆਂ ਸ਼ੈਲੀਆਂ ਸ਼ਾਮਲ ਹਨ। ਲੈਟਰਿੰਗ ਲਿਖਣਾ ਵਰਣਮਾਲਾ ਅਤੇ ਨੂਮਰਲਸ ਨੂੰ ਲਿਖਣ ਦੀ ਸ਼ੈਲੀ ਹੈ। ਉਦਾਹਰਨ ਲਈ, ਅਸੀਂ ਵੱਡੇ ਅੱਖਰ A B C D ਤੋਂ Z ਉਸ ਕਿਸਮ ਦੀਆਂ ਚੀਜ਼ਾਂ ਅਤੇ 0 1 2 3 ਤੋਂ 9 ਕਿਸਮ ਦੇ ਤੱਤਾਂ ਦੀ ਵਰਤੋਂ ਕਰਦੇ ਹਾਂ। ਆਮ ਤੌਰ ਤੇ ਇਹ ਰੇਕਮੈਂਡਡ ਕੀਤੀ ਜਾਂਦੀ ਹੈ ਸਭ ਤੋਂ ਵੱਧ ਫਰੀ ਹੈਂਡ ਲੈਟਰਿੰਗ, ਅਤੇ ਇਹ ਗੋਥਿਕ ਸਟਾਈਲ ਵਿੱਚ ਵੀ ਹੈ। ਇਸ ਸ਼ੈਲੀ ਵਿੱਚ ਬੇਸਲਾਈਨ ਜਾਂ ਇਨਕਲਾਈਨਡ ਗੋਥਿਕ ਦੇ ਵਰਟੀਕਲ ਸਟ੍ਰੋਕਸ ਪਰਪੈਂਡੀਕਿਊਲਰ ਦੇ ਨਾਲ ਸਿੱਧੀ ਗੋਥਿਕ ਲਾਈਨ ਦੀ ਮੋਟਾਈ ਕੌਨਸਟੈਂਟ ਲਾਈਨ ਹੁੰਦੀ ਹੈ। ਇਸ ਲਈ ਜਾਂ ਤਾਂ ਅਸੀਂ ਸਿੱਧੇ ਵਰਟੀਕਲ A ਜਾਂ ਇਨਕਲਾਈਨਡ A ਦੀ ਵਰਤੋਂ ਕਰਦੇ ਹਾਂ। ਜੇਕਰ ਇਹ ਇਨਕਲਾਈਨਡ ਹੋਇਆ ਹੈ ਤਾਂ ਇਹ 75 ਡਿਗਰੀ ਹੋਣਾ ਚਾਹੀਦਾ ਹੈ ਅਤੇ ਇਹ ਗਾਈਡ ਲਾਈਨ ਹੋਵੇਗੀ। ਉਸ ਗਾਈਡ ਲਾਈਨਾਂ ਵਿੱਚ ਅਸੀਂ ਲੈਟਰਿੰਗ ਦੀ ਉਚਾਈ ਨੂੰ ਨਿਯਮਤ ਕਰਨ ਲਈ ਕੋਈ ਵੀ ਅੱਖਰ ਡਰਾ ਕਰਦੇ ਹਾਂ। ਆਮ ਤੌਰ ਤੇ 3 ਮਿਲੀਮੀਟਰ ਦਿਸ਼ਾ ਨਿਰਦੇਸ਼ਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਲਈ ਤੁਹਾਡੇ ਅੱਖਰ 3 ਮਿਲੀਮੀਟਰ ਤੋਂ ਘੱਟ ਹੋਣੇ ਚਾਹੀਦੇ ਹਨ। ਜੇਕਰ ਇਹ ਅੱਖਰਾਂ ਦੀ ਉਚਾਈ ਦੇ ਵੱਡੇ ਅੱਖਰਾਂ ਦੀ ਤਰ੍ਹਾਂ ਹੈ ਤਾਂ ਅਸੀਂ 2.5 ਮਿਲੀਮੀਟਰ ਦੀ ਵਰਤੋਂ ਕਰਦੇ ਹਾਂ। ਜੇਕਰ ਇਹ ਲਾਈਨਾਂ ਦੀ ਮੋਟਾਈ ਵਰਗੀ ਚੀਜ਼ ਹੈ ਜੋ ਅਸੀਂ 0.8 ਮਿਲੀਮੀਟਰ ਦੀ ਵਰਤੋਂ ਕਰਦੇ ਹਾਂ। ਇਹ ਸਮਝਣ ਲਈ ਕਿ ਰਾਈਟ ਹੈਂਡ ਸਾਈਡ ਸਾਡੇ ਕੋਲ AI ਅੱਖਰ ਹੈ ਜਿਸ ਦੀ ਉਚਾਈ H ਅਤੇ D ਦੀ ਵਿਡਥ ਹੈ।
ਇਸ ਲਈ ਇੱਥੇ h 2.5 ਮਿਲੀਮੀਟਰ ਹੈ ਅਤੇ d 0.18 ਮਿਲੀਮੀਟਰ ਹੈ। ਸਿਮਿਲਰਲੀ, ਜੇਕਰ ਅਸੀਂ ਛੋਟੇ ਅੱਖਰਾਂ ਦੀ ਵਰਤੋਂ ਕਰ ਰਹੇ ਹਾਂ ਤਾਂ ਕਿਸੇ ਨੂੰ ਅੱਖਰਾਂ ਦੇ ਵਿਚਕਾਰ 2.5 ਮਿਲੀਮੀਟਰ ਜਾਂ ਉਸ ਤੋਂ ਘੱਟ ਸਪੇਸਿੰਗ ਦੀ ਵਰਤੋਂ ਕਰਨੀ ਪਵੇਗੀ। ਉਦਾਹਰਨ ਲਈ, ਇਹ ਅੱਖਰ ਅਤੇ ਉਹ ਅੱਖਰ ਜੋ ਵੀ ਸਪੇਸਿੰਗ 0.35 ਮਿਲੀਮੀਟਰ ਦੀ ਹੋਣੀ ਚਾਹੀਦੀ ਹੈ। ਜੇਕਰ ਅਸੀਂ ਮੋਟਾਈ ਦੇ ਤੌਰ ਤੇ 2.5 ਮਿਲੀਮੀਟਰ 0.18 ਮਿਲੀਮੀਟਰ ਦੀ ਵਰਤੋਂ ਕਰ ਰਹੇ ਹਾਂ ਤਾਂ ਅੱਖਰ ਤੋਂ ਅੱਖਰ ਵਿਚਕਾਰ ਗੈਪ 0.35 ਮਿਲੀਮੀਟਰ ਹੋਣਾ ਚਾਹੀਦਾ ਹੈ। ਅਤੇ ਹੋਰ ਕਿਸਮਾਂ ਹਨ ਜਿਵੇਂ ਕਿ ਬੇਸ ਅੱਖਰਾਂ ਦੀ ਮਿਨੀਮਮ ਸਪੇਸਿੰਗ ਅਤੇ ਸ਼ਬਦਾਂ ਵਿਚਕਾਰ ਮਿਨੀਮਮ ਸਪੇਸਿੰਗ ਦਾ ਵੀ ਜ਼ਿਕਰ ਕੀਤਾ ਗਿਆ ਹੈ। ਜੇ ਇਸ ਕਿਸਮ ਦੀ ਲੈਟਰਿੰਗ ਸਟਾਈਲ ਨਾਲ ਅੱਗੇ ਜਾ ਸਕਦੇ ਹਾਂ ਅਤੇ ਸਕੈਚ ਡਰਾਅ ਕਰ ਸਕਦੇ ਹਾਂ ਅਤੇ ਉਹਨਾਂ ਨੂੰ ਦਰਸਾਉਂਦੇ ਹਾਂ। ਟਿਪੀਕਲ ਲੈਟਰਿੰਗ ਸਟਾਈਲ ਵਿੱਚ ਇਸ ਨੂੰ ਟਾਈਟਲ ਬਲੌਕਸ, ਸਬਟਾਈਟਲ, ਹੈਡਿੰਗਸ, ਨੋਟਸ ਜਿਵੇਂ ਕਿ ਲੇਜੇਡਸ, ਸ਼ਡਿਊਲ, ਮਟੀਰੀਅਲ ਲਿਸਟ ਲਈ ਲਿਖਣਾ ਸ਼ਾਮਲ ਹੈ। ਉਦਾਹਰਨ ਲਈ, ਜੇਕਰ ਇਹ ਟਾਈਟਲ ਬਲੌਕ ਹੈ ਤਾਂ ਅਸੀਂ 10 ਮਿਲੀਮੀਟਰ ਕਿਸਮ ਦੇ ਅੱਖਰਾਂ ਦੇ ਟਾਈਟਲ ਡਰਾਇੰਗ ਦੀ ਵਰਤੋਂ ਕਰਦੇ ਹਾਂ। ਅਸੀਂ 6 ਮਿਲੀਮੀਟਰ ਕਿਸਮ ਦੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਾਂ, ਕੋਈ ਵੀ ਸਬਟਾਈਟਲ ਜੋ 3 ਮਿਲੀਮੀਟਰਾਂ ਦੀ ਵਰਤੋਂ ਕਰਦੇ ਹਾਂ ਅਤੇ ਕੋਈ ਵੀ ਟੋਲਾਰੈਂਸਜ਼ ਅਤੇ ਇਸ ਤਰ੍ਹਾਂ ਇਸ ਨੂੰ 2 ਮਿਲੀਮੀਟਰ ਦੇ ਟਰਮਜ਼ ਵਿੱਚ ਦਰਸਾਉਂਦੇ ਹਾਂ। ਅੱਜ ਦੀ ਕਲਾਸ ਵਿੱਚ ਅਸੀਂ ਡਰਾਇੰਗ ਇੰਸਟਰੂਮੈਂਟਸ ਅਤੇ ਇਹਨਾਂ ਡਰਾਇੰਗ ਦੇ ਲੈਟਰਿੰਗ ਨੂੰ ਕਵਰ ਕੀਤਾ ਹੈ। ਅਗਲੀ ਕਲਾਸ ਵਿੱਚ ਅਸੀਂ ਡਰਾਇੰਗ ਲਈ ਸ਼ਾਮਲ ਲੇਆਉਟਸ ਬਾਰੇ ਸਿੱਖਾਂਗੇ ਕਿ ਜਿਓਮੈਟ੍ਰੀਕਲ ਕਰਵ ਕੀ ਹਨ ਜੋ ਅਸੀਂ ਕੰਸਟਰਕਟ ਕਰ ਸਕਦੇ ਹਾਂ, ਕਿ ਡਾਇਮੈਂਸ਼ਨਿੰਗ ਅਤੇ ਟੋਲਾਰੈਂਸਜ਼ ਨੂੰ ਕਿਵੇਂ ਦਰਸਾਉਣਾ ਹੈ। ਅਗਲੀ ਕਲਾਸ ਵਿੱਚ ਮਿਲਾਂਗੇ। ਧੰਨਵਾਦ।